आप ਛੁਡਾਏ ਛੁੱਟੀਐ ਸਤਿਗੁਰ ਚਰਨ ਸੰਭਾਲ। ਜੇ ਪ੍ਰਮਾਤਮਾ ਜੀ ਆਪ ਹੀ ਮਾਇਆ ਦੇ ਜਾਲ ਵਿੱਚੋਂ ਖਲਾਸੀ ਕਰਾਏ ਤਾਂ ਹੀ ਗੁਰੂ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਸੰਭਾਲ ਕੇ ਇਸ ਜਾਲ ਵਿੱਚੋਂ ਨਿਕਲ ਸਕੀਦਾ ਹੈ ਜੀ। ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ। ਹੇ ਮੇਰੇ ਪਿਆਰੇ ਮਨ, ਹੇ ਬੇਮੋਹਾਰ ਮਨ, ਤੇਰੇ ਸਰੀਰ ਵਿੱਚ ਰੱਬੀ ਜੋਤ ਵਸ ਰਹੀ ਹੈ, ਇਸ ਨੂੰ ਸਾਂਭ ਕੇ ਰੱਖ ਜੀ। ਗੁਰ ਨੌ ਨਿਧ ਨਾਮ ਬਖਾਲਿਆ, ਹਰ ਦਾਤ ਕਰੀ ਦਇਆਲ। ਪਰਮਾਤਮਾ ਜੀ ਦਾ ਨਾਮ ਮਾਨੋ ਜਗਤ ਦੇ ਸਾਰੇ 9 ਖਜ਼ਾਨੇ ਹੈ, ਜਿਸ ਨੂੰ ਗੁਰੂ ਜੀ ਨੇ ਇਹ ਨਾਮ ਬਖਾਲ ਦਿੱਤਾ ਹੈ। ਦਇਆਲ ਪਰਮਾਤਮਾ ਜੀ ਨੇ ਉਸ ਮਨੁੱਖ ਉੱਤੇ ਨਾਮ ਦੀ ਇਹ ਬਖਸ਼ਿਸ਼ ਕਰ ਦਿੱਤੀ ਹੈ ਜੀ। ਮਨ ਕਰ ਹਲਾ ਤੂੰ ਚੰਚਲਾ, ਚੁਤਰਾਈ ਛੱਡ ਵਿਕਰਾਲ। ਹੇ ਬੇਮੁਹਾਰ ਮਨ, ਤੂੰ ਕਦੇ ਕਿਤੇ ਟਿਕ ਕੇ ਨਹੀਂ ਬੈਠਦਾ। ਇਹ ਚੰਚਲਤਾ, ਇਹ ਚਲਾਕੀ ਛੱਡ ਦੇ, ਇਹ ਚੁਤਰਾਈ ਭਿਆਨਕ ਖੂਹ ਵਿੱਚ ਸੁੱਟ ਦੇਵੇਗੀ ਜੀ। ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੇ ਅੰਤ ਕਾਲ। ਹੇ ਬੇਮੁਹਾਰ ਮਨ, ਪਰਮਾਤਮਾ ਜੀ ਦਾ ਨਾਮ ਸਦਾ ਚੇਤੇ ਰੱਖ। ਪਰਮਾਤਮਾ ਜੀ ਦਾ ਨਾਮ ਹੀ ਅੰਤ ਵੇਲੇ ਮਾਇਆ ਦੇ ਮੋਹ ਦੇ ਜਾਲ ਤੋਂ ਖਲਾਸੀ ਦਿਵਾਵੇਗਾ ਜੀ। ਮਨ ਕਰ ਹਲਾ ਬੜਭਾਗੀਆ, ਤੂੰ ਗਿਆਨ ਰਤਨ ਸੰਭਾਲ। ਹੇ ਬੇਮੁਹਾਰ ਮਨ, ਪਰਮਾਤਮਾ ਜੀ ਨਾਲ ਡੂੰਘੀ ਸਾਂਝ ਇੱਕ ਰਤਨ ਹੈ, ਇਸ ਨੂੰ ਤੂੰ ਸਾਂਭ ਕੇ ਰੱਖ ਤੇ ਵੱਡੇ ਭਾਗਾਂ ਵਾਲਾ ਬਣ ਜੀ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰੇ ਅੜਾ ਜਮਕਾਲ। ਗੁਰੂ ਜੀ ਦਾ ਦਿੱਤਾ ਹੋਇਆ ਗਿਆਨ, ਗੁਰੂ ਜੀ ਦੀ ਰਾਹੀਂ ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਇੱਕ ਖੰਡਾ ਹੈ। ਜਿਸ ਮਨੁੱਖ ਨੇ ਇਹ ਖੰਡਾ ਆਪਣੇ ਹੱਥ ਵਿੱਚ ਫੜ ਲਿਆ, ਉਸ ਨੇ ਆਤਮਕ ਮੌਤ ਨੂੰ ਮਾਰਨ ਵਾਲੇ ਇਸ ਗਿਆਨ ਖੰਡੇ ਦੀ ਰਾਹੀਂ ਜਮ ਨੂੰ, ਮੌਤ ਦੇ ਸਹਿਮ ਨੂੰ, ਆਤਮਕ ਮੌਤ ਨੂੰ ਮਾਰ ਮੁਕਾਇਆ ਜੀ। ਅੰਤਰ ਨਿਧਾਨ ਮਨ ਕਰ ਹਲੇ, ਭ੍ਰਮ ਭਵੈ ਬਾਹਰ ਭਾਲ। ਹੇ ਬੇਮੁਹਾਰੇ ਮਨ, ਪਰਮਾਤਮਾ ਦਾ ਨਾਮ ਖਜ਼ਾਨਾ ਤੇਰੇ ਅੰਦਰ ਹੈ, ਪਰ ਤੂੰ ਭਟਕਣਾ ਵਿੱਚ ਪੈ ਕੇ ਬਾਹਰ ਭਾਲਦਾ ਫਿਰਦਾ ਹੈ ਜੀ। ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲ। ਹੇ ਮਨ, ਪਰਮਾਤਮਾ ਜੀ ਦਾ ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ ਪਰਮਾਤਮਾ ਨੂੰ ਆਪਣੇ ਨਾਲ ਵਸਦਾ ਅੰਦਰ ਵੀ ਲੱਭ ਲੈਂਦਾ ਹੈ ਜੀ। ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੰਭਾਲ। ਮਾਇਆ ਦੇ ਮੋਹ ਦੇ ਰੰਗ ਵਿੱਚ ਰੰਗੇ ਹੋਏ ਬੇਮੁਹਾਰੇ ਮਨ, ਪਰਮਾਤਮਾ ਜੀ ਦਾ ਪ੍ਰੇਮ ਰੰਗ ਸਦਾ ਆਪਣੇ ਅੰਦਰ ਸਾਂਭ ਕੇ ਰੱਖ ਜੀ। ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸ਼ਬਦ ਸੰਭਾਲ। ਪਰਮਾਤਮਾ ਜੀ ਦੇ ਪਿਆਰ ਦਾ ਇਹ ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ। ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ ਤੂੰ ਗੁਰੂ ਜੀ ਦੀ ਸ਼ਰਨ ਪਾਓ ਤਾਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਸੰਭਾਲ ਜੀ। ਹਮ ਪੰਖੀ ਮਨ ਕਰ ਹਲੇ, ਹਰ ਤਰਬਰ ਪੁਰਖ ਅਕਾਲ। ਹੇ ਬੇਮੁਹਾਰੇ ਮਨ, ਅਸੀਂ ਜੀਵ ਪੰਛੀ ਹਾਂ। ਅਕਾਲ ਪੁਰਖ ਨੇ ਸਾਨੂੰ ਜਗਤ ਵਿੱਚ ਭੇਜਿਆ ਹੈ। ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ ਵਿਸਰਾਮ ਲਈ ਆਸਰਾ ਹੁੰਦਾ ਹੈ, ਤਿਵੇਂ ਉਹ ਸਰਬ ਵਿਆਪਕ ਹਰੀ ਜੀ ਸਾਡਾ ਜੀਵਾਂ ਪੰਛੀਆਂ ਦਾ ਆਸਰਾ ਇੱਕ ਰੁੱਖ ਦੀ ਤਰ੍ਹਾਂ ਹੈ ਜੀ। ਬੜਭਾਗੀ ਗੁਰਮੁਖ ਪਾਇਆ, ਜਨ ਨਾਨਕ ਨਾਮ ਸੰਭਾਲ। ਦਾਸ ਨਾਨਕ ਆਖਦਾ ਹੈ ਕਿ ਗੁਰੂ ਜੀ ਦੀ ਰਾਹੀਂ ਪਰਮਾਤਮਾ ਜੀ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਵੱਡੇ ਭਾਗਾਂ ਵਾਲੇ ਜੀਵ ਪੰਛੀਆਂ ਨੇ ਉਹ ਆਸਰਾ ਹਾਸਲ ਕੀਤਾ ਹੈ ਜੀ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਅਸ਼ਟਪਦੀਆਂ। ਲਓ ਜੀ, ਇਹਦਾ ਅਰਥ ਇਹ ਹੈ ਕਿ ਰਾਗ ਗੌੜੀ ਗੁਆਰੇਰੀ ਵਿੱਚ ਗੁਰੂ ਅਰਜਨ ਦੇਵ ਜੀ ਦੀ 8 ਬੰਦਾਂ ਵਾਲੀ ਬਾਣੀ ਹੈ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜੀ। ਜਬ ਇਹ ਮਨ ਮਹਿ ਕਰ ਤੂੰ ਗੁਮਾਨਾ। ਜਦੋਂ ਮਨੁੱਖ ਆਪਣੇ ਮਨ ਵਿੱਚ ਵੱਡੇ ਹੋਣ ਦਾ ਮਾਣ ਕਰਦਾ ਹੈ ਜੀ, ਤਬ ਇਹੋ ਬਾਬਰ ਫਿਰਤ ਬਿਗਾਨਾ। ਤਦੋਂ ਉਸ ਅਹੰਕਾਰ ਵਿੱਚ ਝੱਲਾ ਹੋਇਆ ਮਨੁੱਖ ਸਭ ਲੋਕਾਂ ਤੋਂ ਵੱਖਰਾ ਵੱਖਰਾ ਤੁਰਿਆ ਫਿਰਦਾ ਹੈ ਜੀ। ਜਬ ਇਹ ਹੁਆ ਸਗਲ ਕੀ ਰੀਨਾ। ਪਰ ਜਦੋਂ ਇਹ ਸਭ ਲੋਕਾਂ ਦੀ ਚਰਨ ਧੂੜ ਹੋ ਗਿਆ ਜੀ, ਤਾਂ ਤੇ ਰਮਈਆ ਘਟ ਘਟ ਚੀਨਾ। ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿੱਚ ਦੇਖ ਲਿਆ ਜੀ। ਸਹਿਜ ਸੁਹੇਲਾ ਫਲ ਮਸਕੀਨੀ। ਮੇਰੇ ਗੁਰੂ ਜੀ ਨੇ ਮੈਨੂੰ ਗਰੀਬੀ ਸੁਭਾਵ ਦੀ ਦਾਤ ਬਖਸ਼ੀ ਹੈ ਜੀ। ਸਤਿਗੁਰ ਆਪਣੇ ਮੋਹੇ ਦਾਨ ਦੀਨੀ। ਰਹਾਓ।
ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ। ਮੈਂ ਸੁਖੀ ਹਾਂ ਜੀ। ਜਬ ਕਿਸ ਕੋ ਇਹ ਜਾਣਸ ਮੰਦਾ, ਜਦ ਤੱਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ ਜੀ, ਤਬ ਸਗਲੇ ਇਸ ਮੇਲੇ ਫੰਦਾ, ਤਦ ਤੱਕ ਇਸ ਨੂੰ ਇਉਂ ਜਾਪਦਾ ਹੈ ਕਿ ਸਾਰੇ ਲੋਕ ਇਸ ਦੇ ਵਾਸਤੇ ਠਗੀ ਦੇ ਜਾਲ ਵਿਛਾ ਰਹੇ ਹਨ ਜੀ। ਮੇਰ ਤੇਰ ਜਬ ਇਨ੍ਹੇ ਚੁਕਾਈ, ਪਰ ਜਦੋਂ ਇਸ ਨੇ ਆਪਣੇ ਅੰਦਰੋਂ ਵਿਤਕਰਾ ਦੂਰ ਕਰ ਦਿੱਤਾ ਜੀ, ਤਾਂ ਤੇ ਇਸ ਸੰਗ ਨਹੀਂ ਬਹਿਰਾਈ। ਤਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਬੈਰ ਨਹੀਂ ਕਰ ਰਿਹਾ ਜੀ। ਜਬ ਇਨ ਆਪਣੀ ਆਪਣੀ ਧਾਰੀ, ਜਦ ਤੱਕ ਇਸ ਮਨੁੱਖ ਨੇ ਮਨ ਵਿੱਚ ਆਪਣੀ ਹੀ ਗਰਜ ਟਿਕਾਈ ਰੱਖੀ ਜੀ, ਤਬ ਇਸ ਕੋ ਹੈ ਮੁਸ਼ਕਲ ਭਾਰੀ, ਤਦ ਤੱਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ ਜੀ। ਜਬ ਇਨ ਕਰਨੇ ਹਾਰ ਪੁਛਾਤਾ, ਪਰ ਜਦੋਂ ਇਸ ਨੇ ਹਰ ਥਾਂ ਸਿਰਜਣਹਾਰ ਨੂੰ ਹੀ ਬਸਦਾ ਪਛਾਣ ਲਿਆ ਜੀ, ਤਬ ਇਸ ਨੂੰ ਨਾ ਹੀ ਕਿਛ ਤਾਤਾ, ਤਦੋਂ ਇਸ ਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ ਜੀ। ਜਬ ਇਨ ਆਪਣੋ ਬਾਂਧਿਓ ਮੋਹਾ, ਜਦ ਤੱਕ ਇਸ ਮਨੁੱਖ ਨੇ ਦੁਨੀਆ ਨਾਲ ਆਪਣਾ ਮੋਹ ਪੱਕਾ ਕੀਤਾ ਹੋਇਆ ਹੈ ਜੀ, ਆਵੇ ਜਾਏ ਸਦਾ ਜਮ ਜੋਹਾ, ਤਦ ਤੱਕ ਇਹ ਭਟਕਦਾ ਰਹਿੰਦਾ ਹੈ। ਆਤਮਕ ਮੌਤ ਨੇ ਤਦ ਤੱਕ ਸਦਾ ਇਸ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਜੀ। ਜਬ ਇਸ ਤੇ ਸਭ ਬਿਨਸੇ ਭਰਮ, ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ ਜੀ, ਭੇਦ ਨਹੀਂ ਹੈ ਪਾਰ ਬ੍ਰਹਮਾ, ਤਦੋਂ ਇਸ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਬਿੱਥ ਨਹੀਂ ਰਹਿ ਜਾਂਦੀ ਜੀ। ਜਬ ਇਨ ਕਿਛ ਕਰ ਮਾਨੇ ਭੇਦਾ, ਜਦ ਤੱਕ ਇਸ ਮਨੁੱਖ ਨੇ ਦੂਜਿਆਂ ਨਾਲੋਂ ਕੋਈ ਵਿਤਕਰੇ ਮਿੱਤ ਰੱਖੇ ਹਨ ਜੀ, ਤਬ ਤੇ ਦੁੱਖ ਡੰਡ ਅਰ ਖੇਦਾ, ਤਦ ਤੱਕ ਇਸ ਦੀ ਆਤਮਾ ਨੂੰ ਦੁੱਖਾਂ ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਜੀ। ਜਬ ਇਨ ਏਕੋ ਏਕੀ ਬੂਝਿਆ, ਪਰ ਜਦੋਂ ਇਸ ਨੇ ਹਰ ਥਾਂ ਇੱਕ ਪਰਮਾਤਮਾ ਜੀ ਨੂੰ ਹੀ ਬਸਦਾ ਸਮਝ ਲਿਆ ਜੀ, ਤਬ ਤੇ ਇਸ ਨੂੰ ਸਭ ਕੁਛ ਸੂਝਿਆ, ਤਦੋਂ ਇਸ ਨੂੰ ਸਹੀ ਜੀਵਨ ਜੁਗਤ ਦਾ ਹਰੇਕ ਅੰਗ ਸੁੱਝ ਪੈਂਦਾ ਹੈ ਜੀ। ਜਬ ਇਹ ਧਾਵੈ ਮਾਇਆ ਅਰਥੀ, ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਹਤਾਜ ਹੋ ਕੇ ਹਰ ਪਾਸੇ ਭਟਕਦਾ ਫਿਰਦਾ ਹੈ ਜੀ, ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ, ਤਦੋਂ ਤੱਕ ਇਹ ਤ੍ਰਿਪਤ ਨਹੀਂ ਹੁੰਦਾ, ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਹੀ ਨਹੀਂ ਜੀ। ਜਬ ਇਸ ਤੇ ਇਹ ਹੋਇਓ ਜੌਲਾ, ਜਦੋਂ ਇਹ ਮਨੁੱਖ ਇਸ ਮਾਇਆ ਮੋਹ ਤੋਂ ਵੱਖ ਹੋ ਜਾਂਦਾ ਹੈ ਜੀ, ਪਿੱਛੇ ਲਾਗ ਚੱਲੀ ਉੱਠ ਕੌਲਾ, ਤਦੋਂ ਮਾਇਆ ਇਸ ਦੇ ਪਿੱਛੇ ਪਿੱਛੇ ਲੱਗ ਤੁਰਦੀ ਹੈ, ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ ਜੀ। ਕਰ ਕਿਰਪਾ ਜੋ ਸਤਿਗੁਰ ਮਿਲਿਓ, ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਹਰ ਕਰਕੇ ਮਿਲ ਪੈਂਦਾ ਹੈ ਜੀ, ਮਨ ਮੰਦਰ ਮਹਿ ਦੀਪਕ ਜਲਿਓ, ਉਸ ਦੇ ਮਨ ਵਿੱਚ ਗਿਆਨ ਹੋ ਜਾਂਦਾ ਹੈ। ਜਿਵੇਂ ਘਰ ਵਿੱਚ ਦੀਵਾ ਜਗ ਪੈਂਦਾ ਹੈ ਤੇ ਘਰ ਦੀ ਹਰੇਕ ਚੀਜ਼ ਦਿਸ ਪੈਂਦੀ ਹੈ ਜੀ। ਜੀਤ ਹਾਰ ਕੀ ਸੋਝੀ ਕਰੀ, ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿੱਚ ਅਸਲ ਜਿੱਤ ਕੀ ਹੈ ਤੇ ਹਾਰ ਕੀ ਹੈ ਜੀ। ਤੋ ਇਸ ਘਰ ਕੀ ਕੀਮਤ ਪਰੀ, ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਾਲੂਮ ਹੋ ਜਾਂਦੀ ਹੈ ਤੇ ਇਸ ਨੂੰ ਵਿਕਾਰਾਂ ਵਿੱਚ ਨਹੀਂ ਰੋਲਦਾ ਜੀ। ਕਰਨ ਕਰਾਵਨ ਸਭ ਕਿਛ ਏਕੈ, ਜੀਵ ਵਿਚਾਰੇ ਦੇ ਕੀ ਬਸ, ਸਿਰਫ ਪਰਮਾਤਮਾ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਿਹਾ ਹੈ ਜੀ। ਆਪੇ ਬੁੱਧ ਵਿਚਾਰ ਵਿਵੇਕੈ, ਤੇ ਉਹ ਪ੍ਰਭੂ ਜੀ ਆਪ ਹੀ ਹਰੇਕ ਜੀਵ ਨੂੰ ਅਕਲ ਬਖਸ਼ਦਾ ਹੈ, ਆਪ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਵਿਚਾਰ ਕੇ ਜੀਵਨ ਜੁਗਤ ਨੂੰ ਪਰਖਦਾ ਹੈ ਜੀ। ਦੂਰ ਨਾ ਨੇੜੈ ਸਭ ਕੈ ਸੰਗਾ, ਉਹ ਪਰਮਾਤਮਾ ਜੀ ਕਿਸੇ ਤੋਂ ਦੂਰ ਨਹੀਂ ਵਸਦਾ, ਸਭ ਦੇ ਨੇੜੇ ਵਸਦਾ ਹੈ, ਸਭ ਦੇ ਨਾਲ ਵਸਦਾ ਹੈ ਜੀ। ਸੱਚ ਸਾਲਾਹਣ ਨਾਨਕ ਹਰ ਰੰਗਾ, ਹੇ ਨਾਨਕ ਉਹ ਪ੍ਰਭੂ ਜੀ ਸਦਾ ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ ਤਮਾਸ਼ੇ ਕਰਨ ਵਾਲਾ ਹੈ, ਉਹੀ ਸਲਾਹਣ ਯੋਗ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ ਜੀ। ਗੁਰਸੇਵਾ ਤੇ ਨਾਮੇ ਲਾਗਾ, ਪਰ ਹੇ ਮੇਰੇ ਮਨ,
ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ, ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਜੀ। ਤਿਸ ਕੋ ਮਿਲਿਆ ਜਿਸ ਮਸਤਕ ਭਾਗਾ। ਗੁਰੂ ਜੀ ਦੀ ਸ਼ਰਨ ਪਿਆ ਮਨੁੱਖ ਹਰ ਨਾਮ ਵਿੱਚ ਲੱਗਦਾ ਹੈ ਤੇ ਗੁਰੂ ਜੀ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ ਜੀ। ਤਿਸ ਕੈ ਹਿਰਦੇ ਰਵਿਆ ਸੋਏ। ਫਿਰ ਉਸ ਮਨੁੱਖ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਜੀ ਆ ਵਸਦਾ ਹੈ ਜੀ। ਮਨ ਤਨ ਸੀਤਲ ਨਿਹਚਲ ਹੋਏ। ਤੇ ਉਸ ਦਾ ਮਨ ਤੇ ਸਰੀਰ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ, ਵਿਕਾਰਾਂ ਵੱਲੋਂ ਅਡੋਲ ਹੋ ਜਾਂਦਾ ਹੈ ਜੀ। ਐਸਾ ਕੀਰਤਨ ਕਰ ਮਨ ਮੇਰੇ। ਹੇ ਮੇਰੇ ਮਨ, ਤੂੰ ਪ੍ਰਮਾਤਮਾ ਜੀ ਦੀ ਇਹੋ ਜਿਹੀ ਸਿਫਤ ਸਲਾਹ ਕਰਦਾ ਰਹੋ ਜੀ। ਇਹਾਂ ਉਹਾਂ ਜੋ ਕਾਮ ਤੇਰਾ ਰਹਾਓ। ਜਿਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ ਤੇ ਪ੍ਰਲੋਕ ਵਿੱਚ ਵੀ ਤੇਰੇ ਕੰਮ ਆਵੇ ਜੀ। ਜਾਸ ਜਪਤ ਪਉ ਅਪਦਾ ਜਾਏ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਹਰੇਕ ਬਿਪਤਾ ਟਲ ਜਾਂਦੀ ਹੈ ਜੀ। ਧਾਵਤ ਮਨੁਆ ਆਵੇ ਠਾਈ। ਵਿਕਾਰਾਂ ਵੱਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ ਜੀ। ਜਾਸ ਜਪਤ ਫਿਰ ਦੁੱਖ ਨ ਲੱਗੈ। ਜਾਸ ਜਪਤ ਇਹੋ ਮੈਂ ਭਾਗੈ। ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਮੋਹ ਨਹੀਂ ਸਕਦਾ ਤੇ ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਜੀ। ਜਾਸ ਜਪਤ ਬਸ ਆਵੇ ਪੰਚਾ। ਜਾਸ ਜਪਤ ਰਿੱਧੇ ਅੰਮ੍ਰਿਤ ਸੰਚਾ। ਜਿਸ ਦਾ ਨਾਮ ਜਪਿਆਂ ਕਾਮਾਦਾਇਕ ਪੰਜੇ ਵਿਕਾਰ ਕਾਬੂ ਆ ਜਾਂਦੇ ਹਨ। ਜਿਸ ਦਾ ਨਾਮ ਜਪਿਆਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹਿਰਦੇ ਵਿੱਚ ਇਕੱਠਾ ਕਰ ਸਕੀਦਾ ਹੈ ਜੀ। ਜਾਸ ਜਪਤ ਇਹ ਤ੍ਰਿਸ਼ਨਾ ਬੁਝੈ। ਜਾਸ ਜਪਤ ਹਰ ਦਰਗਾਹ ਸਿਜੈ। ਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇ ਬੁਝ ਜਾਂਦੀ ਹੈ ਤੇ ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿੱਚ ਵੀ ਕਾਮਯਾਬ ਹੋ ਜਾਈਦਾ ਹੈ ਜੀ। ਜਾਸ ਜਪਤ ਕੋਟ ਮਿਟੇ ਅਪਰਾਧ। ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦਾ ਨਾਮ ਜਪਿਆਂ ਪਿਛਲੇ ਕੀਤੇ ਹੋਏ ਕਰੋੜਾਂ ਪਾਪ ਮਿਟ ਜਾਂਦੇ ਹਨ ਜੀ। ਜਾਸ ਜਪਤ ਹਰ ਹੋਵੈ ਸਾਧ। ਤੇ ਜਿਸ ਦਾ ਨਾਮ ਜਪਿਆਂ ਅਗਾਂਹ ਵਾਸਤੇ ਭਲੇ ਮਨੁੱਖ ਬਣ ਜਾਈਦਾ ਹੈ ਜੀ। ਜਾਸ ਜਪਤ ਮਨ ਸੀਤਲ ਹੋਵੈ। ਜਿਸ ਦਾ ਨਾਮ ਜਪਿਆਂ ਮਨ ਵਿਕਾਰਾਂ ਦੀ ਤਪਸ਼ ਵੱਲੋਂ ਠੰਡਾ ਠਾਰ ਹੋ ਜਾਂਦਾ ਹੈ ਜੀ। ਜਾਸ ਜਪਤ ਮਲ ਸਗਲੀ ਖੋਵੈ। ਤੇ ਜਿਸ ਦਾ ਨਾਮ ਜਪਿਆਂ ਆਪਣੇ ਅੰਦਰ ਦੀ ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਲੈਂਦਾ ਹੈ ਜੀ। ਜਾਸ ਜਪਤ ਰਤਨ ਹਰ ਮਿਲੇ। ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰ ਨਾਮ ਰਤਨ ਪ੍ਰਾਪਤ ਹੋ ਜਾਂਦਾ ਹੈ ਜੀ। ਬਹੁਰ ਨਾ ਛੋੜੈ ਹਰ ਸੰਗ ਹਿੱਲੇ। ਸਿਮਰਨ ਦੀ ਬਰਕਤ ਨਾਲ ਮਨੁੱਖ ਪਰਮਾਤਮਾ ਜੀ ਨਾਲ ਇਤਨਾ ਰਚ ਮਿਚ ਜਾਂਦਾ ਹੈ ਕਿ ਪ੍ਰਾਪਤ ਕੀਤੇ ਹੋਏ ਉਸ ਨਾਮ ਰਤਨ ਨੂੰ ਮੁੜ ਨਹੀਂ ਛੱਡਦਾ ਜੀ। ਜਾਸ ਜਪਤ ਕਈ ਬੈਕੁੰਠ ਬਾਸ। ਜਿਸ ਦਾ ਨਾਮ ਜਪਿਆਂ ਆਤਮਿਕ ਆਨੰਦ ਮਿਲਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਾਣਾ ਮਿਲ ਜਾਂਦਾ ਹੈ ਜੀ। ਜਾਸ ਜਪਤ ਸੁਖ ਸਹਿਜ ਨਿਵਾਸ। ਤੇ ਜਿਸ ਦਾ ਨਾਮ ਜਪਿਆਂ ਮਾਨੋ ਅਨੇਕਾਂ ਬਿਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ਜੀ। ਜਾਸ ਜਪਤ ਇਹ ਅਗਨ ਨਾ ਪੋਹਤ। ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾ ਦੀ ਅੱਗ ਪੋਹ ਨਹੀਂ ਸਕੇਗੀ ਜੀ। ਜਾਸ ਜਪਤ ਇਹ ਕਾਲ ਨਾ ਜੋਹਤ। ਜਿਸ ਦਾ ਨਾਮ ਜਪਿਆਂ ਮੌਤ ਦਾ ਸਹਿਮ ਨੇੜੇ ਨਹੀਂ ਟੁਕੇਗਾ, ਆਤਮਿਕ ਮੌਤ ਆਪਣਾ ਜ਼ੋਰ ਨਹੀਂ ਪਾਏਗੀ ਜੀ। ਜਾਸ ਜਪਤ ਤੇਰਾ ਨਿਰਮਲ ਮਾਥਾ। ਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ ਮੁਖ ਵਾਲਾ ਰਹੇਗਾ ਜੀ। ਜਾਸ ਜਪਤ ਸਗਲਾ ਦੁੱਖ ਲਾਥਾ। ਤੇ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਏਗਾ ਜੀ। ਜਾਸ ਜਪਤ ਮੁਸ਼ਕਲ ਕਛੂ ਨਾ ਬਨੈ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦਾ ਨਾਮ ਜਪਿਆਂ ਮਨੁੱਖ ਦੇ ਜੀਵਨ ਸਫਰ ਵਿੱਚ ਕੋਈ ਔਖਿਆਈ ਨਹੀਂ ਬਣਦੀ ਜੀ। ਜਾਸ ਜਪਤ ਸੁਣ ਅਨਹਤ ਧੁਨੈ। ਤੇ ਜਿਸ ਦਾ ਨਾਮ ਜਪਿਆਂ ਮਨੁੱਖ ਇੱਕ ਰਸ ਆਤਮਿਕ ਆਨੰਦ ਦੇ ਗੀਤ ਦੀ ਧੁਨ ਸੁਣਦਾ ਰਹਿੰਦਾ ਹੈ। ਮਨੁੱਖ ਦੇ ਅੰਦਰ ਹਰ ਵੇਲੇ ਆਤਮਿਕ ਆਨੰਦ ਦੀ ਰੌਂ ਚੱਲੀ ਰਹਿੰਦੀ ਹੈ ਜੀ। ਜਾਸ ਜਪਤ ਇਹ ਨਿਰਮਲ ਸੋਏ। ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ ਕਮਲ ਵਿਕਾਰਾਂ ਵੱਲੋਂ ਉਲਟ ਕੇ ਪਰਮਾਤਮਾ ਜੀ ਦੀ ਯਾਦ ਵੱਲ ਸਿੱਧਾ ਪਰਤ ਪੈਂਦਾ ਹੈ ਜੀ। ਜਾਸ ਜਪਤ ਕਮਲ ਸੀਧਾ ਹੋਏ। ਤੇ ਜਿਸ ਦਾ ਨਾਮ ਜਪਿਆਂ ਮਨੁੱਖ ਲੋਕ ਪਰਲੋਕ ਵਿੱਚ ਪਵਿੱਤਰ ਸ਼ੋਭਾ ਖੱਟਦਾ ਹੈ ਜੀ। ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ।
ਉਸ ਮਨੁੱਖ ਉੱਤੇ ਗੁਰੂ ਜੀ ਨੇ ਮਾਨੋ ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ ਜੀ। ਜਿਸ ਕੈ ਹਿਰਦੈ ਮੰਤਰ ਦੇ ਹਰੀ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਜੀ ਦਾ ਨਾਮ ਜਪਣ ਦਾ ਉਪਦੇਸ਼ ਵਸਾਉਂਦਾ ਹੈ ਜੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਉਸਨੇ ਪ੍ਰਮਾਤਮਾ ਜੀ ਦੀ ਇੱਕ ਰਸ ਸਿਫਤ ਸਲਾਹ ਨੂੰ ਆਪਣੇ ਆਤਮਾ ਵਾਸਤੇ ਸਵਾਦਲਾ ਭੋਜਨ ਬਣਾ ਲਿਆ ਹੈ ਜੀ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਹੇ ਨਾਨਕ ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਦਤਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਪਵਿੱਤਰ ਬਾਣੀ ਹੈ ਜੀ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਜਿਸ ਮਨੁੱਖ ਉੱਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਜੀ ਦਾ ਸ਼ਬਦ ਵਸਾਉਂਦਾ ਹੈ ਜੀ। ਪੰਜ ਜਨਾਂ ਸਿਉ ਸੰਗ ਨਿਵਾਰੇ, ਕਾਮਾਦਾਇਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ ਜੀ। 10 ਇੰਦਰੀ ਕਰ ਰੱਖੈ ਵਾਸ, 10 ਹੀ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਜੀ। ਤਾਂ ਕਹਿ ਆਤਮੈ ਹੋਏ ਪ੍ਰਗਾਸ, ਤੇ ਉਸ ਦੇ ਆਤਮਾ ਵਿੱਚ ਚਾਨਣ ਹੋ ਜਾਂਦਾ ਹੈ, ਉਸ ਨੂੰ ਆਤਮਿਕ ਜੀਵਨ ਦੀ ਸੂਝ ਪੈ ਜਾਂਦੀ ਹੈ ਜੀ। ਐਸੀ ਦ੍ਰਿੜਤਾ ਤਾਂ ਕਹਿ ਹੋਏ, ਉਸ ਮਨੁੱਖ ਦੇ ਹਿਰਦੇ ਵਿੱਚ ਅਜਿਹਾ ਆਤਮਿਕ ਬਲ ਪੈਦਾ ਹੁੰਦਾ ਹੈ ਜੀ। ਜਾਂ ਕੋ ਦਇਆ ਮਿਆ ਪ੍ਰਭ ਸੋਏ ਰਹਾਉ, ਜਿਸ ਮਨੁੱਖ ਉੱਤੇ ਉਸ ਪਰਮਾਤਮਾ ਜੀ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ਜੀ। ਸਾਜਨ ਦੁਸ਼ਟ ਜਾਂ ਕਾ ਏਕ ਸਮਾਨੈ, ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿੱਚ ਮਿੱਤਰ ਤੇ ਬੈਰੀ ਇੱਕੋ ਜਿਹਾ ਜਾਪਦਾ ਹੈ ਜੀ। ਜੇਤਾ ਬੋਲਣ ਤੇਤਾ ਗਿਆਨੇ, ਜਿਤਨਾ ਕੁਝ ਉਹ ਬੋਲਦਾ ਹੈ ਆਤਮਿਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ ਜੀ। ਜੇਤਾ ਸੁਣਨਾ ਤੇਤਾ ਨਾਮ, ਜਿਤਨਾ ਕੁਝ ਸੁਣਦਾ ਹੈ ਪਰਮਾਤਮਾ ਜੀ ਦੀ ਸਿਫਤ ਸਲਾਹ ਹੀ ਸੁਣਦਾ ਹੈ ਜੀ। ਜੇਤਾ ਪੇਖਣ ਤੇਤਾ ਧਿਆਨ, ਜਿਤਨਾ ਕੁਝ ਦੇਖਦਾ ਹੈ ਪਰਮਾਤਮਾ ਵਿੱਚ ਸੁਰਤ ਜੋੜਨ ਦਾ ਕਾਰਨ ਹੀ ਬਣਦਾ ਹੈ ਜੀ। ਸਹਿਜੇ ਜਾਗਣ ਸਹਿਜੇ ਸੋਏ, ਉਹ ਮਨੁੱਖ ਚਾਹੇ ਜਾਗਦਾ ਹੈ ਚਾਹੇ ਸੁੱਤਾ ਹੋਇਆ ਹੈ ਉਹ ਸਦਾ ਆਤਮਿਕ ਅਡੋਲਤਾ ਵਿੱਚ ਹੀ ਟਿਕਿਆ ਰਹਿੰਦਾ ਹੈ ਜੀ। ਸਹਿਜੇ ਹੋਤਾ ਜਾਏ ਸੋ ਹੋਏ, ਪਰਮਾਤਮਾ ਜੀ ਦੀ ਰਜ਼ਾ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਠੀਕ ਮੰਨਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਹੀ ਲੀਨ ਰਹਿੰਦਾ ਹੈ ਜੀ। ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਕੋਈ ਗਮੀ ਦੀ ਘਟਨਾ ਹੋ ਜਾਏ ਚਾਹੇ ਖੁਸ਼ੀ ਦਾ ਕਾਰਨ ਬਣੇ ਉਹ ਆਤਮਿਕ ਅਡੋਲਤਾ ਵਿੱਚ ਹੀ ਰਹਿੰਦਾ ਹੈ ਜੀ। ਸਹਿਜੇ ਚੂਪ ਸਹਿਜੇ ਹੀ ਜਪਨਾ, ਜੇ ਉਹ ਚੁੱਪ ਬੈਠਾ ਹੈ ਤਾਂ ਵੀ ਅਡੋਲਤਾ ਵਿੱਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਵੀ ਅਡੋਲਤਾ ਵਿੱਚ ਹੈ ਜੀ। ਸਹਿਜੇ ਭੋਜਨ ਸਹਿਜੇ ਭਾਉ, ਆਤਮਿਕ ਅਡੋਲਤਾ ਵਿੱਚ ਟਿਕਿਆ ਹੋਇਆ ਹੀ ਉਹ ਖਾਣ ਪੀਣ ਦਾ ਵਿਹਾਰ ਕਰਦਾ ਹੈ। ਆਤਮਿਕ ਅਡੋਲਤਾ ਵਿੱਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ ਜੀ। ਸਹਿਜੇ ਮਿਟਿਓ ਸਗਲ ਦੁਰਾਓ, ਆਤਮਿਕ ਅਡੋਲਤਾ ਵਿੱਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ ਭਾਵ ਮਿਟ ਜਾਂਦਾ ਹੈ ਜੀ। ਸਹਿਜੇ ਹੋਆ ਸਾਧੂ ਸੰਗ, ਆਤਮਿਕ ਅਡੋਲਤਾ ਵਿੱਚ ਹੀ ਉਸ ਨੂੰ ਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ ਜੀ। ਸਹਿਜ ਮਿਲਿਓ ਭਾਰ ਬ੍ਰਹਮ ਨਿਸੰਗ, ਤੇ ਪ੍ਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਜੀ। ਸਹਿਜੇ ਗ੍ਰਹਿ ਮੈਂ ਸਹਿਜੋ ਉਦਾਸੀ, ਜੋ ਘਰ ਵਿੱਚ ਹੈ ਤਾਂ ਵੀ ਆਤਮਿਕ ਅਡੋਲਤਾ ਵਿੱਚ ਹੈ, ਜੋ ਦੁਨੀਆ ਤੋਂ ਉਪਰਾਮ ਫਿਰਦਾ ਹੈ ਤਾਂ ਵੀ ਅਡੋਲਤਾ ਵਿੱਚ ਹੈ ਜੀ।